ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਬਰਨ ਕੌਰ ਮਾਨ। ਖਬਰਾਂ ਦੇ ਬੁਲੇਟਿਨ ਵਿੱਚ ਤੁਹਾਡਾ ਸਵਾਗਤ। ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਹਨ ਰੀਅਲ ਐਸਟੇਟ ਬ੍ਰੋਕਰ ਮੋਹਨ ਚੀਮਾ। ਰੀਅਲ ਐਸਟੇਟ ਦੀ ਦੁਨੀਆ 'ਚ ਮੰਨਿਆ ਪ੍ਰਮੰਨਿਆ ਨਾਮ। ਪੇਸ਼ ਨੇ ਪਹਿਲਾਂ ਚੋਣਵੀਆਂ ਖਬਰਾਂ। ਕਾਰੋਬਾਰੀ ਅਦਾਰੇ ਆਪਣੇ ਸਾਰੇ ਮੁਲਾਜ਼ਮਾਂ ਦਾ ਕੋਵਿਡ ਟੀਕਾਕਰਨ ਕਰਵਾਉਣ। ਜੋ ਬਾਈਡਨ। ਅਮਰੀਕਾ 'ਚ ਤੂਫਾਨ ਈਡਾ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 82। ਕੈਨੇਡਾ ਅਮਰੀਕਾ ਦੇ ਨਾਗਰਿਕਾਂ ਸਣੇ 200 ਵਿਦੇਸ਼ੀ ਨਾਗਰਿਕਾਂ ਨੂੰ ਕਾਬਲ ਤੋਂ ਲੈ ਕੇ ਦੋਹਾ ਪੁੱਜਿਆ ਜਹਾਜ਼। ਕੌਮਾਂਤਰੀ ਉਡਾਣਾਂ ਲਈ 3 ਦਿਨਾਂ 'ਚ ਤਿਆਰ ਹੋ ਜਾਏਗਾ ਕਾਬੁਲ ਦਾ ਹਵਾਈ ਅੱਡਾ। ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਮੋਢੀ ਡਾਕਟਰ ਓਬਰਾਏ ਨੇ ਬਲੱਡ ਮਨੀ ਦੇ ਕੇ ਬਚਾਈ ਇੱਕ ਹੋਰ ਜ਼ਿੰਦਗੀ। ਅਮਰੀਕੀ ਪ੍ਰਸ਼ਾਸਨ ਕਰ ਰਿਹਾ 100 ਤੋਂ ਵੱਧ ਇਕੱਲੇ ਅਫਗਾਨ ਬੱਚਿਆਂ ਦੀ ਦੇਖਭਾਲ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਰਾਸ਼ਟਰਪਤੀ ਜੋ ਬਾਈਡਨ ਨੇ ਆਪਣੇ ਪ੍ਰਸ਼ਾਸਨ ਦੀ ਕੋਵਿਡ-19 ਟੀਕਾਕਰਨ ਮੁਹਿੰਮ ਨੂੰ ਹੋਰ ਕਾਰਗਰ ਬਣਾਉਣ ਲਈ ਹੋਰ ਕਦਮ ਚੁੱਕਣ ਦਾ ਐਲਾਨ ਕੀਤਾ ਹੈ। ਉਹਨਾਂ ਨੇ ਕਿਰਤ ਵਿਭਾਗ ਦੇ ਨਵੇਂ ਨਿਯਮ ਦਾ ਐਲਾਨ ਕਰਦਿਆਂ ਕਿਹਾ ਕਿ ਉਹਨਾਂ ਕਾਰੋਬਾਰੀ ਅਦਾਰਿਆਂ ਲਈ ਆਪਣੇ ਸਾਰੇ ਮੁਲਾਜ਼ਮਾਂ ਦਾ ਕੋਵਿਡ-19 ਤੋਂ ਬਚਾਅ ਲਈ ਟੀਕਾਕਰਨ ਕਰਵਾਉਣਾ ਲਾਜ਼ਮੀ ਹੋਵੇਗਾ, ਜਿਨ੍ਹਾਂ ਵਿੱਚ 100 ਜਾਂ ਇਸ ਤੋਂ ਵੱਧ ਮੁਲਾਜ਼ਮ ਕੰਮ ਕਰਦੇ ਨੇ। ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਉਹਨਾਂ ਨੂੰ ਆਪਣੇ ਮੁਲਾਜ਼ਮਾਂ ਦਾ ਹਫ਼ਤੇ ਵਿੱਚ ਘੱਟੋ-ਘੱਟ ਇੱਕ ਵਾਰੀ ਕੋਵਿਡ ਟੈਸਟ ਕਰਵਾਉਣਾ ਪਵੇਗਾ ਤੇ ਇਸ ਸੰਬੰਧੀ ਰਿਪੋਰਟ ਦੇਣੀ ਪਵੇਗੀ। ਇਸ ਤੋਂ ਇਲਾਵਾ ਰਾਸ਼ਟਰਪਤੀ ਨੇ ਇੱਕ ਆਦੇਸ਼ ਉੱਪਰ ਦਸਤਖਤ ਕੀਤੇ ਨੇ, ਜਿਸ ਤਹਿਤ ਸੰਘੀ ਵਰਕਰਾਂ ਤੇ ਠੇਕੇਦਾਰਾਂ ਨੂੰ ਕੋਵਿਡ-19 ਤੋਂ ਬਚਾਅ ਲਈ ਟੀਕੇ ਲਵਾਉਣੇ ਪੈਣਗੇ। ਰਾਸ਼ਟਰਪਤੀ ਨੇ ਜੁਲਾਈ ਵਿੱਚ ਜਾਰੀ ਨੀਤੀ ਨੂੰ ਸਖਤ ਕਰਦਿਆਂ ਇਹ ਆਦੇਸ਼ ਜਾਰੀ ਕੀਤਾ ਹੈ। ਜੁਲਾਈ ਵਿੱਚ ਸੰਘੀ ਵਰਕਰਾਂ ਤੇ ਠੇਕੇਦਾਰਾਂ ਨੂੰ ਕੋਵਿਡ-19 ਤੋਂ ਬਚਾਅ ਲਈ ਟੀਕੇ ਲਵਾਉਣ ਲਈ ਕਿਹਾ ਗਿਆ ਸੀ, ਪਰ ਟੀਕੇ ਨਾ ਲਵਾਉਣ ਦੀ ਸਥਿਤੀ ਵਿੱਚ ਹੋਰ ਰਾਹ ਵੀ ਖੁੱਲੇ ਰੱਖੇ ਸਨ। ਬਾਈਡਨ ਨੇ ਕਿਹਾ ਕਿ ਨਵੀਂ ਨੀਤੀ ਤਹਿਤ ਤਕਰੀਬਨ 10 ਕਰੋੜ ਵਰਕਰਾਂ ਨੂੰ ਕੋਵਿਡ-19 ਤੋਂ ਬਚਾਅ ਲਈ ਟੀਕੇ ਲਵਾਉਣੇ ਜ਼ਰੂਰੀ ਹੋ ਜਾਣਗੇ, ਜੋ ਦੇਸ਼ ਦੇ ਕੁੱਲ ਵਰਕਰਾਂ ਦੀ ਗਿਣਤੀ ਦਾ 2/3 ਹਿੱਸਾ ਬਣਦਾ ਹੈ। ਉਹਨਾਂ ਕੋਵਿਡ-19 ਵੈਕਸੀਨੇਸ਼ਨ ਕਰਵਾਉਣ ਉੱਪਰ ਜ਼ੋਰ ਦਿੰਦਿਆਂ ਕਿਹਾ, ਹੋਰ ਕਿਸ ਗੱਲ ਦੀ ਉਡੀਕ ਹੋ ਰਹੀ ਹੈ, ਅਸੀਂ ਹੋਰ ਕੀ ਵੇਖਣਾ ਚਾਹੁੰਦੇ ਹਾਂ। ਬਾਈਡਨ ਨੇ ਕਿਹਾ ਕਿ ਅਸੀਂ ਵੈਕਸੀਨ ਮੁਫਤ, ਸੁਰੱਖਿਅਤ ਤੇ ਬਿਨਾਂ ਕਿਸੇ ਦਿੱਕਤ ਦੇ ਲਵਾਉਣ ਦੇ ਪ੍ਰਬੰਧ ਕੀਤੇ ਨੇ। ਵੈਕਸੀਨ FDA ਵੱਲੋਂ ਪ੍ਰਵਾਨਿਤ ਹੈ। 20 ਕਰੋੜ ਅਮਰੀਕੀ ਘੱਟੋ-ਘੱਟ ਇੱਕ ਖੁਰਾਕ ਲੈ ਚੁੱਕੇ ਨੇ। ਤੁਹਾਡੇ ਵੱਲੋਂ ਵੈਕਸੀਨ ਨਾ ਲਵਾਉਣ ਦਾ ਖਮਿਆਜ਼ਾ ਸਾਨੂੰ ਸਾਰਿਆਂ ਨੂੰ ਭੁਗਤਣਾ ਪੈ ਰਿਹਾ। ਇਸ ਲਈ ਮੇਰੀ ਬੇਨਤੀ ਹੈ ਕਿ ਸਹੀ ਰਸਤੇ ਦੀ ਚੋਣ ਕਰੋ। ਇੱਥੇ ਜ਼ਿਕਰਯੋਗ ਹੈ ਕਿ ਬਾਈਡਨ ਉਹਨਾਂ ਲੋਕਾਂ ਜਿਨ੍ਹਾਂ ਨੇ ਟੀਕਾਕਰਨ ਨਹੀਂ ਕਰਵਾਇਆ ਹੈ ਨੂੰ ਬਾਰ-ਬਾਰ ਸਿੱਧਾ ਸੁਨੇਹਾ ਦਿੰਦੇ ਰਹੇ ਨੇ ਤੇ ਉਹ ਮੌਜੂਦ ਕੋਵਿਡ ਮਹਾਮਾਰੀ ਨੂੰ ਟੀਕੇ ਨਾਲ ਲਵਾਉਣ ਵਾਲੇ ਲੋਕਾਂ ਦੀ ਮਹਾਮਾਰੀ ਕਹਿੰਦੇ ਰਹੇ ਨੇ। ਅਮਰੀਕਾ ਵਿੱਚ ਜ਼ਬਰਦਸਤ ਤੂਫਾਨ ਈਡਾ ਦੇ ਲੂਸੀਆਨਾ ਵਿੱਚ ਤਬਾਹੀ ਮਚਾਉਣ ਤੋਂ ਬਾਅਦ ਸਟੇਟ ਦੇ ਸਿਹਤ ਅਧਿਕਾਰੀਆਂ ਨੇ ਤੂਫਾਨ ਨਾਲ ਸੰਬੰਧਿਤ 11 ਹੋਰ ਮੌਤਾਂ ਦਾ ਐਲਾਨ ਕੀਤਾ ਹੈ, ਜਿਸ ਨਾਲ ਸਰਕਾਰੀ ਤੌਰ ਤੇ ਮੌਤਾਂ ਦੀ ਗਿਣਤੀ 82 ਹੋ ਗਈ ਹੈ। ਲੂਸੀਆਨਾ ਦੇ ਸਿਹਤ ਵਿਭਾਗ ਨੇ ਬੁੱਧਵਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਔਰਲੀਨਜ਼ ਪੈਰਿਸ਼ ਕਾਰਨਰ ਦੇ ਦਫ਼ਤਰ ਦੇ ਵਾਧੂ ਮੌਤਾਂ ਦੀ ਪੁਸ਼ਟੀ ਕੀਤੀ ਹੈ। ਵਿਭਾਗ ਦੇ ਅਨੁਸਾਰ 2 ਲੋਕਾਂ ਦੀ ਮੌਤ ਕਾਰਬਨ ਮੋਨੋਆਕਸਾਈਡ ਦੇ ਜ਼ਹਿਰ ਨਾਲ, ਜਦੋਂ ਕਿ ਦੂਜਿਆਂ ਦੀ ਮੌਤ ਬਿਜਲੀ ਕੱਟ ਦੌਰਾਨ ਬਹੁਤ ਜ਼ਿਆਦਾ ਗਰਮੀ ਕਾਰਨ ਹੋਈ। ਲੂਸੀਆਨਾ ਵਿੱਚ ਤੂਫਾਨ ਨਾਲ ਸੰਬੰਧਿਤ ਕੁੱਲ 26 ਮੌਤਾਂ ਹੋਈਆਂ ਨੇ। ਘੱਟੋ-ਘੱਟ 7 ਨਰਸਿੰਗ ਹੋਮ ਵਸਨੀਕਾਂ ਦੀ ਮੌਤ ਟੈਂਗੀਪੋਹਾ ਪੈਰਿਸ਼ ਤੇ ਇੱਕ ਵੇਅਰ ਹਾਊਸ ਵਿੱਚ ਜਾਣ ਤੋਂ ਬਾਅਦ ਹੋਈ, ਜਿੱਥੇ 7 ਨਰਸਿੰਗ ਹੋਮਸ ਦੇ 800 ਤੋਂ ਵੱਧ ਵਸਨੀਕਾਂ ਨੂੰ ਰਾਜ ਵਿੱਚ ਈਡਾ ਤੋਂ ਬਚਾਉਣ ਲਈ ਰੱਖਿਆ ਗਿਆ ਸੀ। ਹੋਰ 4 ਲੋਕਾਂ ਦੀ ਦੱਖਣ ਪੂਰਬ ਵਿੱਚ ਮੌਤ ਹੋਈ, ਜਦੋਂ ਕਿ ਉੱਤਰ ਪੂਰਬ ਵਿੱਚ 52 ਲੋਕਾਂ ਦੀ ਮੌਤ ਤੂਫਾਨ ਕਾਰਨ ਆਏ ਹੜ੍ਹਾਂ ਦੀ ਵਜ੍ਹਾ ਨਾਲ ਹੋਈ। ਰਾਸ਼ਟਰਪਤੀ ਜੋ ਬਾਈਡਨ ਨੇ ਮੰਗਲਵਾਰ ਨੂੰ ਤੂਫਾਨ ਦੇ ਨੁਕਸਾਨ ਦਾ ਸਰਵੇਖਣ ਕਰਨ ਲਈ ਨਿਊਯਾਰਕ ਅਤੇ ਨਿਊ ਜਰਸੀ ਦੀ ਯਾਤਰਾ ਕੀਤੀ ਅਤੇ ਤੂਫਾਨ ਪ੍ਰਭਾਵਿਤ ਲੋਕਾਂ ਨੂੰ ਹਰ ਸੰਭਵ ਸਹਾਇਤਾ ਦਾ ਵਚਨ ਦਿੱਤਾ। ਅਗਸਤ ਵਿੱਚ ਅਮਰੀਕਾ ਅਤੇ ਉਸਦੇ ਸਹਿਯੋਗੀਆਂ ਦੇ ਸੈਨਿਕਾਂ ਦੀ ਵਾਪਸੀ ਤੋਂ ਬਾਅਦ ਕੈਨੇਡਾ ਅਮਰੀਕਾ ਦੇ ਨਾਗਰਿਕਾਂ ਸਣੇ ਕਰੀਬ 200 ਵਿਦੇਸ਼ੀ ਨਾਗਰਿਕਾਂ ਨੂੰ ਲੈ ਕੇ ਪਹਿਲਾ ਜਹਾਜ਼ ਕਾਬੁਲ ਤੋਂ ਉੱਡਿਆ। ਇਸ ਜਹਾਜ਼ ਵਿੱਚ ਕਈ ਅਮਰੀਕੀ ਨਾਗਰਿਕ ਵੀ ਸਨ। ਇਸ ਨੂੰ ਅਮਰੀਕਾ ਅਤੇ ਤਾਲਿਬਾਨ ਦੀ ਨਵੀਂ ਸਰਕਾਰ ਦੇ ਵਿੱਚ ਬਣੇ ਤਾਲਮੇਲ ਦਾ ਨਤੀਜਾ ਮੰਨਿਆ ਜਾ ਰਿਹਾ। ਤਾਲਿਬਾਨ ਨੇਤਾਵਾਂ ਨੇ ਕਿਹਾ ਸੀ ਕਿ ਵਿਦੇਸ਼ੀ ਨਾਗਰਿਕਾਂ ਅਤੇ ਜਾਇਜ਼ ਦਸਤਾਵੇਜ਼ਾਂ ਦੇ ਨਾਲ ਅਫਗਾਨ ਨਾਗਰਿਕਾਂ ਨੂੰ ਵਿਦੇਸ਼ ਜਾਣ ਦਿੱਤਾ ਜਾਏਗਾ, ਲੇਕਿਨ ਜਦ ਕਈ ਦਿਨ ਕਾਬੁਲ ਏਅਰਪੋਰਟ ਤੋਂ ਉਡਾਣਾਂ ਸ਼ੁਰੂ ਨਹੀਂ ਹੋਈ ਤਾਂ ਕੌਮਾਂਤਰੀ ਜਗਤ ਨੂੰ ਖਤਰਾ ਪੈਦਾ ਹੋਣ ਲੱਗਾ। ਵੀਰਵਾਰ ਨੂੰ 30 ਅਗਸਤ ਤੋਂ ਬਾਅਦ ਪਹਿਲੀ ਵਾਰ ਕਤਰ 에ਅਰਵੇਜ਼ ਦੇ ਜਹਾਜ਼ ਰਾਹੀਂ ਯਾਤਰੀ ਦੋਹਾ ਪੁੱਜੇ। ਇੱਕ ਅਮਰੀਕੀ ਅਧਿਕਾਰੀ ਨੇ ਦੱਸਿਆ ਕਿ ਗ੍ਰੀਨ ਕਾਰਡ ਹੋਲਡਰ ਅਮਰੀਕੀ ਨਾਗਰਿਕਾਂ ਤੋਂ ਇਲਾਵਾ ਜਰਮਨੀ, ਹੰਗਰੀ ਅਤੇ ਕੈਨੇਡਾ ਦੇ ਨਾਗਰਿਕ ਇਸ ਜਹਾਜ਼ ਵਿੱਚ ਸੀ। ਦੱਸਿਆ ਗਿਆ ਹੈ ਕਿ ਤਾਲਿਬਾਨ ਦੇ 2 ਸੀਨੀਅਰ ਅਧਿਕਾਰੀਆਂ ਨੇ ਵਿਦੇਸ਼ੀਆਂ ਦੀ ਰਵਾਨਗੀ ਵਿੱਚ ਅਹਿਮ ਭੂਮਿਕਾ ਨਿਭਾਈ। ਪਹਿਲੇ ਯਾਤਰੀ ਜਹਾਜ਼ ਦੀ ਰਵਾਨਗੀ ਦੀ ਪ੍ਰਕਿਰਿਆ ਤਾਲਿਬਾਨ ਦੇ ਅਧਿਕਾਰੀਆਂ ਦੀ ਨਿਗਰਾਨੀ ਵਿੱਚ ਪੂਰੀ ਹੋਈ। ਇਸ ਦੌਰਾਨ ਸਨੀਫਰ ਡੌਗ ਦੇ ਜ਼ਰੀਏ ਸਮਾਨ ਦੀ ਜਾਂਚ ਵੀ ਹੋਈ। ਏਅਰਪੋਰਟ ਦੇ ਕੁਝ ਪੁਰਾਣੇ ਕਰਮਚਾਰੀ ਵੀ ਕੰਮ ਤੇ ਪਰਤ ਆਏ ਹਨ।
ਉਹਨਾਂ ਨੇ ਵੀ ਯਾਤਰੀਆਂ ਨੂੰ 에ਅਰਪੋਰਟ ਤੋਂ ਰਵਾਨਾ ਹੋਣ ਵਿੱਚ ਸਹਿਯੋਗ ਦਿੱਤਾ। ਅਫਗਾਨ ਮੂਲ ਦਾ 12 ਸਾਲ ਦਾ ਇਰਫਾਨ ਵੀ ਆਪਣੀ ਮਾਂ ਅਤੇ 5 ਭਰਾ ਭੈਣਾਂ ਦੇ ਨਾਲ ਜਹਾਜ਼ ਲਈ ਰਵਾਨਾ ਹੋਇਆ। ਉਸ ਦਾ ਪਰਿਵਾਰ ਅਮਰੀਕਾ ਦੇ ਮੈਰੀਲੈਂਡ ਇਲਾਕੇ ਵਿੱਚ ਰਹਿੰਦਾ ਹੈ। ਇਰਫਾਨ ਅਮਰੀਕਾ ਦੇ ਲਈ ਰਵਾਨਾ ਹੋਣ ਨੂੰ ਲੈ ਕੇ ਬਹੁਤ ਖੁਸ਼ ਸੀ। ਇਸ ਤੋਂ ਪਹਿਲਾਂ ਕਤਰ ਦੇ ਅਧਿਕਾਰੀਆਂ ਨੇ ਐਲਾਨ ਕੀਤਾ ਕਿ ਕਾਬੁਲ 에ਅਰਪੋਰਟ ਜਹਾਜ਼ਾਂ ਦੇ ਆਉਣ ਜਾਣ ਦੇ ਲਈ ਤਿਆਰ ਹੈ। 30 ਅਗਸਤ ਨੂੰ ਅਮਰੀਕੀ ਸੈਨਾ ਦੇ ਹਵਾਈ ਅੱਡਾ ਛੱਡਣ ਤੋਂ ਬਾਅਦ ਉੱਥੇ ਅਰਾਜਕਤਾ ਦਾ ਮਾਹੌਲ ਪੈਦਾ ਹੋ ਗਿਆ ਸੀ ਅਤੇ ਜਹਾਜ਼ਾਂ ਦਾ ਆਉਣਾ ਜਾਣਾ ਬੰਦ ਹੋ ਗਿਆ ਸੀ। ਤਾਲਿਬਾਨ ਅਧਿਕਾਰੀਆਂ ਅਤੇ ਤਕਨੀਕੀ ਟੀਮਾਂ ਦੇ ਹਵਾਲੇ ਤੋਂ ਇੱਕ ਮੀਡੀਆ ਰਿਪੋਰਟ ਵਿੱਚ ਵੀਰਵਾਰ ਨੂੰ ਕਿਹਾ ਗਿਆ ਹੈ ਕਿ ਕਾਬੁਲ ਵਿੱਚ ਹਾਮਦ ਕਰਜ਼ਈ ਕੌਮਾਂਤਰੀ ਹਵਾਈ ਅੱਡਾ ਅਗਲੇ 3 ਦਿਨਾਂ ਵਿੱਚ ਕੌਮਾਂਤਰੀ ਉਡਾਣ ਸੇਵਾਵਾਂ ਲਈ ਤਿਆਰ ਹੋ ਜਾਏਗਾ। ਅਮਰੀਕੀ ਫੌਜੀਆਂ ਦੀ ਵਾਪਸੀ ਦਰਮਿਆਨ ਹਵਾਈ ਅੱਡੇ ਤੇ $20 ਮਿਲੀਅਨ ਤੱਕ ਦਾ ਨੁਕਸਾਨ ਹੋ ਰਿਹਾ। ਸੀਰੀਆਈ ਫੌਜ ਨੇ ਹਥਿਆਰਬੰਦ ਵਿਦਰੋਹੀਆਂ ਨਾਲ ਰੂਸੀ ਵਿਚਾਲੇ ਸਮਝੌਤੇ ਤੋਂ ਬਾਅਦ ਦਰਾ ਅਲ ਬਲਾਦ ਇਲਾਕੇ ਵਿੱਚ ਰਾਸ਼ਟਰੀ ਝੰਡਾ ਲਹਿਰਾਇਆ। ਵਿਦਰੋਹੀਆਂ ਨੇ ਉੱਥੇ ਆਪਣੇ ਹਥਿਆਰ ਸੁੱਟ ਦਿੱਤੇ ਅਤੇ ਆਤਮ ਸਮਰਪਣ ਕਰ ਦਿੱਤਾ। ਪਿਛਲੇ ਕੁਝ ਹਫ਼ਤਿਆਂ ਵਿੱਚ ਰੂਸ ਨੇ ਦਰਾ ਵਿੱਚ ਮਹੀਨਿਆਂ ਤੋਂ ਚੱਲ ਰਹੇ ਤਣਾਅ ਨੂੰ ਘੱਟ ਕਰਨ ਲਈ ਇੱਕ ਸੌਦੇ ਨੂੰ ਸਫਲ ਬਣਾਉਣ ਲਈ ਬਹੁਤ ਕੋਸ਼ਿਸ਼ਾਂ ਕੀਤੀਆਂ ਹਨ। ਅਰਬ ਦੇਸ਼ਾਂ 'ਚੋਂ ਸੈਂਕੜੇ ਮਾਵਾਂ ਦੇ ਪੁੱਤਾਂ ਨੂੰ ਮੌਤ ਦੇ ਮੂੰਹ 'ਚੋਂ ਕੱਢ ਕੇ ਲੋਕਾਂ ਦੇ ਘਰ ਸੁੰਨੇ ਹੋਣ ਤੋਂ ਬਚਾਉਣ ਲਈ ਦੁਬਈ ਕਾਰੋਬਾਰੀ ਤੇ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਮੋਢੀ ਡਾਕਟਰ SP ਸਿੰਘ ਉਬਰਾਏ ਨੇ ਦੁਬਈ ਵਿੱਚ ਮੌਤ ਦੀ ਸਜ਼ਾ ਭੁਗਤ ਰਹੇ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਜੈਨਪੁਰ ਵਾਸੀ ਸੋਹਨ ਲਾਲ ਨੂੰ ਬਲੱਡ ਮਨੀ ਦੇ ਕੇ ਬਚਾ ਕੇ ਇੱਕ ਹੋਰ ਜ਼ਿੰਦਗੀ ਬਚਾਉਣ ਦਾ ਪੁੰਨ ਖੱਟਿਆ ਹੈ। ਵੀਰਵਾਰ ਨੂੰ ਪ੍ਰੈਸ ਕਲੱਬ ਵਿੱਚ ਇਸ ਸੰਬੰਧੀ ਗੱਲਬਾਤ ਕਰਦਿਆਂ ਡਾਕਟਰ ਉਬਰਾਏ ਨੇ ਦੱਸਿਆ ਕਿ ਦੁਬਈ ਵਿੱਚ 9 ਜੂਨ 2016 ਨੂੰ ਹੋਏ ਇੱਕ ਝਗੜੇ ਦੌਰਾਨ ਜਲੰਧਰ ਜ਼ਿਲ੍ਹੇ ਦੇ ਤਹਿਸੀਲ ਸ਼ਾਹਕੋਟ ਦੇ ਪਿੰਡ ਢਡਾਹਾ ਦੌਲਤਪੁਰ ਨਾਲ ਸੰਬੰਧਿਤ ਜਸਵੀਰ ਸਿੰਘ ਦੀ ਮੌਤ ਹੋ ਗਈ ਸੀ। ਇਸ ਕੇਸ ਵਿੱਚ ਦੁਬਈ ਪੁਲਿਸ ਨੇ ਸੋਹਨ ਲਾਲ ਨੂੰ ਗ੍ਰਿਫਤਾਰ ਕਰ ਲਿਆ ਸੀ ਤੇ ਬਾਅਦ ਵਿੱਚ ਕੇਸ ਚੱਲਣ ਦੌਰਾਨ ਅਦਾਲਤ ਨੇ ਉਸ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਸੀ। ਡਾਕਟਰ ਉਬਰਾਏ ਨੇ ਦੱਸਿਆ ਕਿ ਇਸ ਕੇਸ ਦੇ ਹੱਲ ਸੰਬੰਧੀ ਸੇਵਾ ਮੁਕਤ IPS ਸੱਜਣ ਸਿੰਘ ਚੀਮਾ ਨੇ ਉਹਨਾਂ ਨਾਲ ਮਿਲ ਕੇ ਗੱਲਬਾਤ ਕੀਤੀ। ਉਹਨਾਂ ਨੇ ਪੀੜਤ ਪਰਿਵਾਰ ਨਾਲ ਸੰਪਰਕ ਕਰਕੇ ਉਹਨਾਂ ਨੂੰ ਬਲੱਡ ਮਨੀ ਲੈਣ ਲਈ ਰਾਜ਼ੀ ਕਰਨ ਉਪਰੰਤ ਪਰਿਵਾਰ ਕੋਲੋਂ ਸਹਿਮਤੀ ਲੈ ਕੇ ਮੌਤ ਦੇ ਸਜ਼ਾ ਆਫਤ ਸੋਹਨ ਲਾਲ ਪੁੱਤਰ ਕਰਮਚੰਦ ਦਾ ਕੇਸ ਲੜਿਆ ਅਤੇ ਪੀੜਤ ਪਰਿਵਾਰ ਨੂੰ ਆਪਣੇ ਕੋਲ ਬਲੱਡ ਮਨੀ ਦੇ ਕੇ ਉਸ ਦੀ ਫਾਂਸੀ ਮਾਫ ਕਰਵਾਈ। ਇਸ ਉਪਰੰਤ ਅੱਜ ਕਰੀਬ 5 ਸਾਲ 2 ਮਹੀਨਿਆਂ ਬਾਅਦ ਜੇਲ੍ਹ ਦੀ ਕੋਠੜੀ ਚੋਂ ਕੱਢ ਕੇ ਉਸ ਨੂੰ ਪਰਿਵਾਰ ਤੱਕ ਪਹੁੰਚਾਇਆ ਗਿਆ ਹੈ। ਅਮਰੀਕਾ ਦੇ ਹੈਲਥ ਐਂਡ ਹਿਊਮਨ ਸਰਵਿਸਿਜ਼ ਵਿਭਾਗ ਨੇ ਬੁੱਧਵਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰ ਇਸ ਸਮੇਂ 100 ਤੋਂ ਵੱਧ ਉਹਨਾਂ ਅਫਗਾਨ ਬੱਚਿਆਂ ਦੀ ਦੇਖਭਾਲ ਕਰ ਰਹੀ ਹੈ ਜੋ ਆਪਣੇ ਮਾਪਿਆਂ ਤੋਂ ਬਿਨਾਂ ਅਮਰੀਕਾ ਪਹੁੰਚੇ ਨੇ। ਇਸ ਸਾਲ ਵਿੱਚ ਅਮਰੀਕਾ ਪਹੁੰਚਣ ਵਾਲੇ ਅਫਗਾਨ ਲੋਕਾਂ ਦੀ ਵੱਡੀ ਵਿੱਚ ਪਰਿਵਾਰ ਅਤੇ ਬਾਲਗ ਲੋਕ ਹਨ, ਪਰ ਇਹਨਾਂ ਦੇ ਇਲਾਵਾ ਕੁਝ ਬੱਚੇ ਆਪਣੇ ਮਾਪਿਆਂ ਦੇ ਬਗੈਰ ਵੀ ਦੇਸ਼ ਵਿੱਚ ਦਾਖਲ ਹੋਏ ਨੇ। HSS ਅਨੁਸਾਰ ਇਹਨਾਂ ਵਿੱਚੋਂ ਕੁਝ ਬੱਚਿਆਂ ਨੂੰ ਅਫਗਾਨਿਸਤਾਨ ਤੋਂ ਹੀ ਆਏ ਉਹਨਾਂ ਦੇ ਰਿਸ਼ਤੇਦਾਰਾਂ ਕੋਲ ਭੇਜਿਆ ਗਿਆ, ਜਦਕਿ ਜਿਨ੍ਹਾਂ ਦਾ ਪਰਿਵਾਰ ਨਹੀਂ ਹੈ ਉਹ ਉਦੋਂ ਤੱਕ HS ਦੇ ਰਿਫਿਊਜੀ ਰੀਸੈਟਲਮੈਂਟ ਦੀ ਦੇਖਰੇਖ ਵਿੱਚ ਰਹਿਣਗੇ ਜਦੋਂ ਤੱਕ ਉਹ 18 ਸਾਲ ਦੇ ਨਹੀਂ ਹੋ ਜਾਂਦੇ ਜਾਂ ਕੋਈ ਢੁਕਵਾਂ ਸਪਾਂਸਰ ਨਹੀਂ ਮਿਲ ਜਾਂਦਾ। ਵਿਭਾਗ ਅਨੁਸਾਰ 26 ਅਗਸਤ ਤੱਕ 34 ਇਕੱਲੇ ਅਫਗਾਨ ਬੱਚਿਆਂ ਨੂੰ ਰਿਫਿਊਜੀ ਦਫ਼ਤਰ ਭੇਜਿਆ ਗਿਆ। ਜ਼ਿਕਰਯੋਗ ਹੈ ਕਿ ਅਫਗਾਨਿਸਤਾਨ ਤੋਂ ਬਚਾ ਕੇ ਲਿਆਂਦੇ ਗਏ ਜ਼ਿਆਦਾਤਰ ਲੋਕਾਂ ਨੂੰ ਫੌਜੀ ਬੇਸਾਂ ਵਿੱਚ ਰੱਖਿਆ ਗਿਆ ਹੈ ਜੋ ਕਿ ਅਸਥਾਈ ਰਿਹਾਇਸ਼ੀ ਥਾਵਾਂ ਵਜੋਂ ਸੇਵਾ ਕਰ ਰਹੇ ਨੇ। ਜ਼ਿਆਦਾਤਰ ਅਫਗਾਨੀ ਲੋਕ ਕੋਰੋਨਾ ਵਾਇਰਸ ਟੈਸਟਿੰਗ, ਟੀਕਾਕਰਨ, ਮੈਡੀਕਲ ਜਾਂਚਾਂ ਅਤੇ ਹੋਰ ਇਮੀਗ੍ਰੇਸ਼ਨ ਪ੍ਰਕਿਰਿਆਵਾਂ ਅਧੀਨ ਹਨ। ਨਿਊਯਾਰਕ ਵਿੱਚ ਭਾਰਤੀ ਮੂਲ ਦੇ ਅਮਰੀਕੀ ਉਬੇਰ ਡਰਾਈਵਰ ਕੁਲਦੀਪ ਸਿੰਘ ਦੀ ਕਥਿਤ ਤੌਰ ਤੇ ਇੱਕ 15 ਸਾਲਾ ਲੜਕੇ ਵੱਲੋਂ ਹੱਤਿਆ ਕਰ ਦਿੱਤੀ ਗਈ। ਕੁਲਦੀਪ ਸਿੰਘ ਨੂੰ ਉਸ ਦੀ ਟੈਕਸੀ ਵਿੱਚ ਗੋਲੀ ਮਾਰੀ ਗਈ ਤੇ ਉਹ ਹਸਪਤਾਲ ਵਿੱਚ ਦਮ ਤੋੜ ਗਿਆ। ਪ੍ਰਾਪਤ ਵੇਰਵੇ ਅਨੁਸਾਰ ਉਸ ਦੀ ਟੈਕਸੀ ਵਿੱਚ ਸਵਾਰ ਇੱਕ ਯਾਤਰੀ ਤੇ ਇੱਕ ਨਾਬਾਲਗ ਵਿਚਾਲੇ ਚੱਲੀ ਗੋਲੀ ਦੌਰਾਨ ਕੁਲਦੀਪ ਸਿੰਘ ਜ਼ਖਮੀ ਹੋ ਗਿਆ ਸੀ। ਪੁਲਿਸ ਦਾ ਵਿਸ਼ਵਾਸ ਹੈ ਕਿ ਕੁਲਦੀਪ ਸਿੰਘ ਨੂੰ ਗੋਲੀ ਨਾਬਾਲਗ ਨੇ ਮਾਰੀ ਹੈ। ਉਸ ਦੇ ਗੋਲੀ ਸਿਰ ਦੇ ਪਿਛਲੇ ਪਾਸੇ ਵੱਜੀ ਸੀ ਜਿਸ ਨੂੰ ਕੱਢਿਆ ਨਹੀਂ ਜਾ ਸਕਿਆ। ਉਸ ਦੇ ਦਿਮਾਗ ਦੇ ਜ਼ਿਆਦਾਤਰ ਹਿੱਸੇ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ। ਪੁਲਿਸ ਨੇ ਨਾਬਾਲਗ ਹੋਣ ਕਾਰਨ ਕਥਿਤ ਦੋਸ਼ੀ ਲੜਕੇ ਦਾ ਨਾਂ ਨਹੀਂ ਦੱਸਿਆ ਹੈ। ਕੈਲੀਫੋਰਨੀਆ ਵਿੱਚ ਗਵਰਨਰ ਪਦ ਦੇ ਰਿਪਬਲਿਕਨ ਉਮੀਦਵਾਰ ਲੈਰੀ ਐਲਡਰ ਨੇ ਬੁੱਧਵਾਰ ਨੂੰ ਵੀਨਸ ਕਸਬੇ ਵਿੱਚ ਬੇਘਰ ਲੋਕਾਂ ਦੇ ਇੱਕ ਕੈਂਪ ਵਿੱਚ ਦੌਰੇ ਦੌਰਾਨ ਇੱਕ ਮਹਿਲਾ ਵੱਲੋਂ ਵਿਰੋਧ ਕਰਦਿਆਂ ਅੰਡਾ ਸੁੱਟਿਆ ਗਿਆ। ਇੱਕ ਮਹਿਲਾ ਜੋ ਕਿ ਇੱਕ ਸਾਈਕਲ ਉੱਤੇ ਸਵਾਰ ਸੀ ਅਤੇ ਜਿਸ ਦਾ ਮੂੰਹ ਮਾਸਕ ਨਾਲ ਢਕਿਆ ਹੋਇਆ ਸੀ ਐਲਡਰ ਦੇ ਕਾਫਲੇ ਵਿੱਚ ਆਈ ਅਤੇ ਉਸਨੇ ਇਸ ਉਮੀਦਵਾਰ ਵੱਲ ਅੰਡਾ ਸੁੱਟਿਆ ਜੋ ਕਿ ਰੇਡੀਓ ਟਾਕ ਸ਼ੋਅ ਦੇ ਹੋਸਟ ਅਤੇ ਹੁਣ ਕੈਲੀਫੋਰਨੀਆ ਦੇ ਗਵਰਨਰ ਲਈ ਉਮੀਦਵਾਰ ਲੈਰੀ ਐਲਡਰ ਦੇ ਸਿਰ ਕੋਲੋਂ ਲੰਘਿਆ। ਇਸ ਤੋਂ ਇਲਾਵਾ ਇਸ ਮਹਿਲਾ ਦੁਆਰਾ ਐਲਡਰ ਦੀ ਸੁਰੱਖਿਆ ਟੀਮ ਦੇ ਇੱਕ ਮੈਂਬਰ ਨਾਲ ਵੀ ਦੁਰਵਿਵਹਾਰ ਕੀਤਾ ਗਿਆ। ਇੱਕ ਹੋਰ ਆਦਮੀ ਦੁਆਰਾ ਸੁਰੱਖਿਆ ਕਰਮਚਾਰੀ ਨੂੰ ਧਮਕਾਉਣ ਦੇ ਬਾਅਦ ਸੁਰੱਖਿਆ ਟੀਮ ਦੁਆਰਾ ਐਲਡਰ ਨੂੰ ਚਿੱਟੇ ਰੰਗ ਦੀ SUV ਵਿੱਚ ਬਿਠਾਇਆ ਗਿਆ। ਐਲਡਰ ਨੇ ਆਪਣੇ ਦੌਰੇ ਦੌਰਾਨ ਇਸ ਘਟਨਾ ਤੋਂ ਪਹਿਲਾਂ ਵੀਨਸ ਵਿੱਚ ਤਕਰੀਬਨ 12 ਮਿੰਟ ਬਿਤਾਏ।
ਅਮਰੀਕਾ ਦੇ ਰੱਖਿਆ ਸੈਕਟਰੀ ਲੋਇਡ ਆਸਟਿਨ ਜੋ ਕਿ ਆਪਣੇ ਗਲਫ ਦੇਸ਼ਾਂ ਦੇ ਦੌਰੇ ਤੇ ਹਨ ਨੇ ਸਾਊਦੀ ਅਰਬ ਦੀ ਯਾਤਰਾ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਹੈ। ਇਸ ਦੀ ਜਾਣਕਾਰੀ ਦਿੰਦਿਆਂ ਪੈਂਟਾਗਨ ਨੇ ਬੁੱਧਵਾਰ ਨੂੰ ਦੱਸਿਆ ਕਿ ਇਹ ਦੌਰਾ ਆਸਟਿਨ ਦੀਆਂ ਯਾਤਰਾ ਯੋਜਨਾਵਾਂ ਦੀ ਸਮੱਸਿਆਵਾਂ ਕਰਕੇ ਮੁਲਤਵੀ ਕੀਤਾ ਗਿਆ। ਅਮਰੀਕੀ ਰੱਖਿਆ ਵਿਭਾਗ ਦੇ ਅਨੁਸਾਰ ਆਸਟਿਨ ਜਲਦੀ ਤੋਂ ਜਲਦੀ ਦੁਬਾਰਾ ਸਾਊਦੀ ਅਰਬ ਦੇ ਦੌਰੇ ਨੂੰ ਨਿਰਧਾਰਿਤ ਕਰਨ ਦੀ ਉਮੀਦ ਰੱਖਦੇ ਨੇ। ਅਫਗਾਨਿਸਤਾਨ ਤੋਂ ਅਮਰੀਕੀ ਸੈਨਾ ਦੀ ਵਾਪਸੀ ਦੇ ਬਾਅਦ ਆਸਟਿਨ ਨੇ ਇਸ ਹਫ਼ਤੇ ਦੇ ਸ਼ੁਰੂ ਵਿੱਚ ਖਾੜੀ ਖੇਤਰ ਦੀ ਯਾਤਰਾ ਸ਼ੁਰੂ ਕੀਤੀ ਸੀ। ਉਹ ਸਭ ਤੋਂ ਪਹਿਲਾਂ ਅਮਰੀਕਾ ਦੇ ਕਾਬੁਲ ਤੋਂ ਬਾਹਰ ਸਥਾਪਿਤ ਕੀਤੇ ਗਏ ਵਿਸ਼ਾਲ 에ਅਰਲਿਫਟ ਦੇ ਮੁੱਖ ਬੇਸ ਦਾ ਦੌਰਾ ਕਰਨ ਲਈ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨਾਲ ਦੋਹਾ ਗਏ। ਆਸਟਿਨ ਨੇ ਫਿਰ ਕੁਵੈਤ ਦੀ ਯਾਤਰਾ ਕੀਤੀ ਜਿੱਥੇ ਉਹਨਾਂ ਨੇ ਬੁੱਧਵਾਰ ਨੂੰ ਦੇਸ਼ ਦੇ ਨੇਤਾਵਾਂ ਨਾਲ ਮੁਲਾਕਾਤ ਕੀਤੀ। ਇਸ ਤੋਂ ਇਲਾਵਾ ਆਸਟਿਨ ਦੁਆਰਾ ਬਹਿਰੀਨ ਦੀ ਯਾਤਰਾ ਕਰਨੀ ਵੀ ਬਾਕੀ ਹੈ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਮੁੱਕੇਬਾਜ਼ੀ ਦੇ ਇੱਕ ਨੁਮਾਇਸ਼ੀ ਮੁਕਾਬਲੇ 'ਚ ਕਮੈਂਟਰੀ ਕਰਨਗੇ ਜਿਸ ਵਿੱਚ ਸਾਬਕਾ ਹੈਵੀਵੇਟ ਚੈਂਪੀਅਨ ਇਵਾਂਡਰ ਹਾਲੀਫੀਲਡ ਵੀ ਸ਼ਾਮਲ ਹੋਣਗੇ। ਟਰੰਪ ਨਾਲ ਉਹਨਾਂ ਦੇ ਪੁੱਤਰ ਡੋਨਾਲਡ ਜੂਨੀਅਰ ਵੀ ਹੋਣਗੇ। ਹਾਲੀਵੁੱਡ ਵਿੱਚ ਹੋਣ ਵਾਲੇ ਇਸ ਮੁਕਾਬਲੇ ਦੀ ਫੀਡ FITE.TV ਤੇ ਉਪਲਬਧ ਹੋਵੇਗੀ। ਟਰੰਪ ਨੇ ਇੱਕ ਬਿਆਨ ਵਿੱਚ ਕਿਹਾ ਕਿ ਮੈਨੂੰ ਮਹਾਨ ਲੜਾਕੇ ਦੇ ਮੁਕਾਬਲੇ ਪਸੰਦ ਹਨ। ਇਸ ਵਾਰ ਮੈਂ ਸ਼ਨੀਚਰਵਾਰ ਦੀ ਰਾਤ ਨੂੰ ਅਜਿਹੇ ਹੀ ਮੁਕਾਬਲੇ ਦਾ ਹਿੱਸਾ ਰਹਾਂਗਾ ਤੇ ਆਪਣੇ ਵਿਚਾਰ ਵੀ ਪੇਸ਼ ਕਰਾਂਗਾ। ਇਹ ਮੁਕਾਬਲਾ ਫਲੋਰੀਡਾ 'ਚ ਹੋ ਰਿਹਾ ਹੈ। ਕੈਨੇਡੀਆਈ ਵੋਟਰਾਂ ਸਾਹਮਣੇ ਆਪਣੇ ਆਪ ਨੂੰ ਸੱਚਾ ਸੁੱਚਾ ਸਾਬਤ ਕਰਨ ਆਏ 5 ਪਾਰਟੀਆਂ ਦੇ ਆਗੂ ਆਪਸ ਵਿੱਚ ਉਲਝ ਕੇ ਰਹਿ ਗਏ। ਫ੍ਰੈਂਚ ਭਾਸ਼ਾ ਵਿੱਚ ਦੂਜੀ ਬਹਿਸ ਦੌਰਾਨ ਹੈਲਥ ਕੇਅਰ ਮਹਾਮਾਰੀ ਵਿੱਚ ਚੋਣਾਂ ਦਾ ਐਲਾਨ ਅਤੇ ਵਾਤਾਵਰਣ ਤਬਦੀਲੀਆਂ ਦੇ ਮਸਲੇ ਭਾਰੂ ਰਹੇ ਪਰ ਸਭ ਤੋਂ ਅਹਿਮ ਸਵਾਲ ਦਾ ਕਿਸੇ ਨੇ ਵੀ ਤਸੱਲੀ ਬਖਸ਼ ਜਵਾਬ ਨਾ ਦਿੱਤਾ ਕਿ ਮੁੜ ਘੱਟ ਗਿਣਤੀ ਸਰਕਾਰ ਹੋਂਦ ਵਿੱਚ ਆਉਣ ਤੇ ਮੱਧਕਾਲੀ ਚੋਣਾਂ ਰੋਕੀਆਂ ਜਾ ਸਕਣਗੀਆਂ ਜਾਂ ਨਹੀਂ। ਲਿਬਰਲ ਆਗੂ ਜਸਟਿਨ ਟਰੂਡੋ ਨੇ ਕਿਹਾ ਕਿ 4 ਸਾਲ ਤੋਂ ਪਹਿਲਾਂ ਚੋਣਾਂ ਨਾ ਕਰਵਾਉਣ ਬਾਰੇ ਕੋਈ ਵਾਅਦਾ ਨਹੀਂ ਕਰ ਸਕਦੇ ਜਦਕਿ ਐਰਨਨ ਓਟੂਲ ਨੇ ਆਖਿਆ ਕਿ ਮੱਧਕਾਲੀ ਚੋਣਾਂ ਦਾ ਐਲਾਨ ਨਹੀਂ ਕਰਨਗੇ। ਜਗਮੀਤ ਸਿੰਘ ਨੇ ਮਹਾਮਾਰੀ ਦੌਰਾਨ ਚੋਣਾਂ ਦਾ ਐਲਾਨ ਕੀਤੇ ਜਾਣ ਤੇ ਟਰੂਡੋ ਦੀ ਨੁਕਤਾਚੀਨੀ ਕੀਤੀ ਅਤੇ ਇਸ ਨੂੰ ਹੰਕਾਰੀ ਫੈਸਲਾ ਕਰਾਰ ਦਿੱਤਾ। ਜਗਮੀਤ ਸਿੰਘ ਨੇ ਟਰੂਡੋ ਨੂੰ ਸਵਾਲ ਕੀਤਾ ਕਿ ਇਸ ਵੇਲੇ ਚੋਣਾਂ ਕਰਵਾਉਣ ਦੀ ਲੋੜ ਪੈ ਗਈ ਸੀ। ਦੂਜੇ ਪਾਸੇ ਮਹਾਮਾਰੀ ਨਾਲ ਨਜਿੱਠਣ ਅਤੇ ਵੈਕਸੀਨੇਸ਼ਨ ਦੇ ਮਾਮਲੇ ਤੇ ਜਸਟਿਨ ਟਰੂਡੋ ਅਤੇ ਐਰਨ ਓਟੂਲ ਭਿੜ ਗਏ। ਅਫਗਾਨਿਸਤਾਨ ਤੋਂ ਅਮਰੀਕੀ ਫੌਜ ਤਾਂ ਚਲੀ ਗਈ ਲੇਕਿਨ ਉਹ ਇੱਥੇ ਵੱਡੀ ਮਾਤਰਾ ਵਿੱਚ ਪਿਸਤੌਲਾਂ ਤੋਂ ਲੈ ਕੇ ਲੜਾਕੂ 에ਅਰਕ੍ਰਾਫਟ ਤੱਕ $85 ਲੱਖ ਦੇ ਹਥਿਆਰ ਛੱਡ ਗਏ। ਇਹਨਾਂ ਵਿੱਚ ਜ਼ਿਆਦਾਤਰ ਦਾ ਇਸਤੇਮਾਲ ਤਾਲਿਬਾਨੀ ਲੜਾਕੇ ਅਫਗਾਨਿਸਤਾਨ ਦੇ ਲੋਕਾਂ ਤੇ ਜ਼ੁਲਮ ਢਾਉਣ ਲਈ ਕਰ ਰਹੇ ਨੇ। ਕੁਝ ਹਥਿਆਰ ਅਜਿਹੇ ਵੀ ਨੇ ਜਿਨ੍ਹਾਂ ਪਾਕਿਸਤਾਨ ਦਾ ਬਾਰਡਰ ਕ੍ਰਾਸ ਕਰਵਾ ਕੇ ਲਾਹੌਰ ਭੇਜ ਦਿੱਤਾ ਗਿਆ। ਇੱਥੇ ਮੰਡੀ ਵਿੱਚ ਦੁਕਾਨਾਂ ਲਾ ਕੇ ਹਥਿਆਰ ਵੇਚੇ ਜਾ ਰਹੇ ਨੇ। ਵਿਕਣ ਵਾਲੇ ਸਮਾਨਾਂ ਵਿੱਚ ਅਮਰੀਕੀ ਸੈਨਾ ਦੀ ਬੰਦੂਕ, ਬੰਬ, ਦੂਰਬੀਨ, ਗੋਲੀਆਂ, ਆਰਮੀ ਦੀ ਵਰਦੀ, ਹੈਲਮਟ, ਪਾਣੀ ਪੀਣ ਦੀਆਂ ਬੋਤਲਾਂ, ਬੈਲਟ ਅਤੇ ਬੂਟ ਵੀ ਸ਼ਾਮਲ ਨੇ। ਅਜਿਹੇ ਉਪਕਰਨ ਵੀ ਹਨ ਜਿਨ੍ਹਾਂ ਵਿੱਚ ਜ਼ਮੀਨ ਵਿੱਚ ਦਬਾ ਦਿੱਤਾ ਜਾਂਦਾ, ਗੱਡੀ ਨਿਕਲਣ ਤੇ ਉਹ ਪੰਚਰ ਹੋ ਜਾਂਦੀ ਹੈ। ਪਾਕਿਸਤਾਨ ਦੇ ਮੀਡੀਆ ਹਾਊਸ ਡੇਲੀ ਪਾਕਿਸਤਾਨ ਦੇ ਰਿਪੋਰਟਰ ਜਾਸੀਰ ਸ਼ਮੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵਿੱਚ ਜਾਸੀਰ ਇੱਕ ਅਜਿਹੀ ਦੁਕਾਨ ਤੇ ਪੁੱਜਦੇ ਹਨ ਜਿੱਥੇ ਅਮਰੀਕੀ ਸੈਨਾ ਦੇ ਸਾਰੇ ਸਾਜ਼ੋ ਸਮਾਨ ਵੇਚੇ ਜਾ ਰਹੇ ਨੇ। ਅਮਰੀਕੀ ਅਫਗਾਨਿਸਤਾਨ ਵਿੱਚ ਕਰੀਬ $85 ਬਿਲੀਅਨ ਦੇ ਹਥਿਆਰ ਛੱਡ ਗਏ ਨੇ। ਅਮਰੀਕੀ ਸੈਨਾ ਇੱਥੇ 8.84 ਲੱਖ ਹਥਿਆਰ ਅਤੇ ਸੈਨਾ ਨਾਲ ਜੁੜੇ ਉਪਕਰਨ ਛੱਡ ਗਈ ਸੀ। ਇਸ ਵਿੱਚ 6 ਲੱਖ ਦੇ ਕਰੀਬ ਆਧੁਨਿਕ ਸੈਨਿਕ ਹਥਿਆਰ ਵੀ ਸ਼ਾਮਲ ਨੇ। ਤਾਲਿਬਾਨ ਦੇ ਕਬਜ਼ੇ ਵਿੱਚ ਇਸ ਸਮੇਂ 208 ਅਮਰੀਕੀ ਜਹਾਜ਼ ਅਤੇ ਹੈਲੀਕਾਪਟਰ ਨੇ। ਅਫਗਾਨਿਸਤਾਨ ਵਿੱਚ ਅਮਰੀਕਾ ਦੇ ਛੱਡੇ ਗਏ ਜਹਾਜ਼ਾਂ ਵਿੱਚ 33 ਬਲੈਕ ਹਾਕ ਹੈਲੀਕਾਪਟਰ ਅਤੇ ਹੋਰ ਜਹਾਜ਼ ਸ਼ਾਮਲ ਨੇ। ਇਸ ਵਿੱਚ 8 ਮਨੁੱਖ ਰਹਿਤ ਜਹਾਜ਼ ਵੀ ਸ਼ਾਮਲ ਹਨ। ਕੋਰੋਨਾ ਵਾਇਰਸ ਤੋਂ ਨਿਜਾਤ ਮਿਲਣ ਦੀ ਉਮੀਦ ਵਿਚਾਲੇ ਅਮਰੀਕਾ ਵਿੱਚ ਫਿਰ ਤੋਂ ਮਹਾਮਾਰੀ ਦੇ ਮਾਮਲੇ ਵਧਣ ਲੱਗ ਪਏ ਨੇ। ਅਮਰੀਕਾ ਵਿੱਚ ਹੁਣ ਪ੍ਰਤੀ ਦਿਨ ਔਸਤਨ 1.5 ਲੱਖ ਤੋਂ ਵੱਧ ਨਵੇਂ ਕੇਸ ਸਾਹਮਣੇ ਆ ਰਹੇ ਨੇ ਜਦਕਿ ਜਨਵਰੀ ਤੋਂ ਬਾਅਦ ਕਦੇ ਵੀ ਇੰਨੇ ਮਾਮਲੇ ਸਾਹਮਣੇ ਨਹੀਂ ਆਏ ਸਨ। ਰੋਜ਼ਾਨਾ ਲਗਭਗ 1500 ਮੌਤਾਂ ਹੋ ਰਹੀਆਂ ਨੇ। ਵਾਇਰਸ ਦੇ ਡੈਲਟਾ ਵੇਰੀਐਂਟ ਤੋਂ ਪੀੜਤ ਮਰੀਜ਼ਾਂ ਨਾਲ ਹਸਪਤਾਲ ਭਰ ਰਹੇ ਨੇ। ਵੱਡੀ ਗਿਣਤੀ ਵਿੱਚ ਬੱਚੇ ਬਿਮਾਰ ਹੋ ਰਹੇ ਨੇ ਅਤੇ ਕੁਝ ਥਾਵਾਂ ਤੇ ਕੋਰੋਨਾ ਵਾਇਰਸ ਨਾਲ ਕਾਫੀ ਮੌਤਾਂ ਹੋ ਰਹੀਆਂ ਨੇ। ਕਿਤੇ ਮਹਾਮਾਰੀ ਤੋਂ ਬਾਅਦ ਸਭ ਤੋਂ ਵੱਧ ਮੌਤਾਂ ਹੋ ਰਹੀਆਂ ਨੇ। ਸਕੂਲ ਮੁੜ ਖੋਲ੍ਹ ਦਿੱਤੇ ਗਏ ਨੇ ਪਰ ਹੁਣ ਪ੍ਰਕੋਪ ਵਧਣ ਕਾਰਨ ਸਕੂਲ ਫਿਰ ਤੋਂ ਆਨਲਾਈਨ ਪੜ੍ਹਾਈ ਵੱਲ ਪਰਤ ਰਹੇ ਨੇ। ਮਾਸਕ ਤੇ ਟੀਕੇ ਦੀਆਂ ਲੋੜਾਂ ਨੂੰ ਲੈ ਕੇ ਕਾਨੂੰਨੀ ਵਿਵਾਦ ਤੇਜ਼ ਹੋ ਗਿਆ ਅਤੇ ਹਿੰਸਾ ਭੜਕ ਰਹੀ ਹੈ ਜਿਸ ਨਾਲ ਖਤਰਾ ਹੋਰ ਵੱਧ ਰਿਹਾ। ਅਮਰੀਕਾ ਵਿੱਚ ਮਹਾਮਾਰੀ ਨਾਲ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ 6,50,000 ਤੋਂ ਵੱਧ ਹੈ। ਅੰਦਾਜ਼ਾ ਹੈ ਕਿ 1 ਦਸੰਬਰ ਤੱਕ ਮ੍ਰਿਤਕਾਂ ਦੀ ਗਿਣਤੀ ਵੱਧ ਕੇ 7,50,00,000 ਤੋਂ ਵੱਧ ਹੋ ਜਾਵੇਗੀ। ਇਨ੍ਹਾਂ ਗਰਮੀਆਂ ਵਿੱਚ ਅਮਰੀਕਾ 'ਚ ਕੋਵਿਡ-19 ਤੋਂ ਨਿਜਾਤ ਮਿਲਣ ਜਾ ਰਹੀ ਸੀ ਪਰ ਉਮੀਦ ਨੂੰ ਝਟਕਾ ਲੱਗਦਾ ਦਿਖਾਈ ਦੇ ਰਿਹਾ। ਅਮਰੀਕੀ ਟੀਕਾਕਰਨ ਮੁਹਿੰਮ ਸ਼ੁਰੂ ਹੋਣ ਤੋਂ 6 ਮਹੀਨੇ ਤੋਂ ਵੱਧ ਸਮਾਂ ਬੀਤਣ ਬਾਅਦ ਰਾਸ਼ਟਰਪਤੀ ਬਾਈਡਨ ਨੇ ਦੇਸ਼ ਦੀ ਵਾਇਰਸ ਤੋਂ ਆਜ਼ਾਦੀ ਦਾ ਜਸ਼ਨ ਮਨਾਉਣ ਲਈ 4 ਜੁਲਾਈ ਨੂੰ ਵਾਈਟ ਹਾਊਸ ਵਿੱਚ ਪਾਰਟੀ ਦਾ ਆਯੋਜਨ ਕੀਤਾ ਸੀ। ਐਲ ਸਕੂਲ ਆਫ ਪਬਲਿਕ ਹੈਲਥ ਦੇ ਡਾਕਟਰ ਸਟੇਨ ਬਾਰਮੁੰਡ ਨੇ ਕਿਹਾ ਕਿ ਜੂਨ ਤੋਂ ਅਗਸਤ ਤੱਕ ਸੰਕਟ ਤੇਜ਼ੀ ਨਾਲ ਵਧਿਆ।
11 ਸਤੰਬਰ 2001 ਨੂੰ ਅਮਰੀਕਾ ਦੇ ਵਰਲਡ ਟ੍ਰੇਡ ਸੈਂਟਰ ਅਤੇ ਵਾਸ਼ਿੰਗਟਨ ਤੇ ਅਲ-ਕਾਇਦਾ ਨੇ ਜੋ ਭਿਆਨਕ ਹਮਲਾ ਕੀਤਾ ਸੀ, ਉਸ ਹਮਲੇ ਨਾਲ ਜੁੜੀ ਇੱਕ ਖੌਫਨਾਕ ਰਿਪੋਰਟ ਸਾਹਮਣੇ ਆਈ ਹੈ, ਜਿਸ ਮੁਤਾਬਕ 9/11 ਦੇ ਹਮਲੇ ਵਿੱਚ ਜਿੰਨੇ ਲੋਕ ਮਾਰੇ ਗਏ ਸੀ, ਉਸ ਤੋਂ ਜ਼ਿਆਦਾ ਲੋਕ ਉਸ ਦੇ ਹਮਲੇ ਕਾਰਨ ਹੋਈ ਬਿਮਾਰੀਆਂ ਦੇ ਕਾਰਨ ਮਾਰੇ ਗਏ ਹਨ। ਹਮਲੇ ਦੇ ਪੀੜਤਾਂ ਨੂੰ ਅਮਰੀਕਾ ਨੇ ਪੀੜਤ ਮੁਆਵਜ਼ਾ ਫੰਡ ਜਾਨੀ VCS ਤੋਂ ਆਰਥਿਕ ਮਦਦ ਦੀ ਰਕਮ ਦਿੱਤੀ ਸੀ। ਰਿਪੋਰਟ ਮੁਤਾਬਕ ਸਾਲ 2011 ਵਿੱਚ ਇਸ ਫੰਡ ਨੂੰ ਪੀੜਤਾਂ ਲਈ ਮੁੜ ਖੋਲ੍ਹਿਆ ਗਿਆ ਸੀ। ਤਦ ਤੋਂ ਲੈ ਕੇ ਹੁਣ ਤੱਕ ਮੁਆਵਜ਼ੇ ਦੀ ਮੰਗ ਵਾਲੀ 67,000 ਗੁਜ਼ਾਰਿਸ਼ਾਂ ਉਹਨਾਂ ਦੇ ਕੋਲ ਆ ਚੁੱਕੀਆਂ ਨੇ। ਇਹਨਾਂ 67,000 ਮੰਗਾਂ ਵਿੱਚ 3,000 ਕਲੇਮ ਅਜਿਹੇ ਲੋਕਾਂ ਦੇ ਲਈ ਮੰਗੇ ਗਏ ਸੀ ਜਿਨ੍ਹਾਂ ਦੀ ਮੌਤ 9/11 ਹਮਲੇ ਨਾਲ ਜੁੜੀਆਂ ਬਿਮਾਰੀਆਂ ਕਾਰਨ ਹੋਈ ਸੀ। ਫੰਡ ਦੀ ਦੇਖਰੇਖ ਕਰਨ ਵਾਲੀ ਸਪੈਸ਼ਲ ਮਾਸਟਰ ਰੂਪਾ ਭੱਟਾਚਾਰੀਆ ਦੱਸਦੀ ਹੈ ਕਿ ਇਸ ਤਰ੍ਹਾਂ ਨਾਲ ਦੇਖੀਏ ਤਾਂ 9/11 ਵਾਲੇ ਦਿਨ ਜਾਨ ਗਵਾਉਣ ਵਾਲੇ ਲੋਕਾਂ ਤੋਂ ਜ਼ਿਆਦਾ ਉਹਨਾਂ ਦੀ ਗਿਣਤੀ ਹੋ ਗਈ ਹੈ ਜਿਨ੍ਹਾਂ ਦੀ ਮੌਤ 9/11 ਨਾਲ ਜੁੜੀਆਂ ਬਿਮਾਰੀਆਂ ਕਾਰਨ ਹੋਈ। ਅਲ-ਕਾਇਦਾ ਨੇ ਨਿਊਯਾਰਕ ਵਿੱਚ ਵਰਲਡ ਟ੍ਰੇਡ ਸੈਂਟਰ ਟਾਵਰਾਂ ਅਤੇ ਵਾਸ਼ਿੰਗਟਨ ਵਿੱਚ ਪੈਂਟਾਗਨ ਵਿੱਚ ਜਹਾਜ਼ਾਂ ਨੂੰ ਹਾਈਜੈਕ ਕਰਕੇ ਹਮਲਾ ਕੀਤਾ ਸੀ, ਜਿਸ ਵਿੱਚ 3,000 ਲੋਕ ਮਾਰੇ ਗਏ ਸੀ। ਪੀੜਤਾਂ ਨਾਲ ਇੱਕ ਫੰਡ ਬਣਾਇਆ ਗਿਆ ਸੀ। VCF ਨੇ 40,000 ਤੋਂ ਜ਼ਿਆਦਾ ਲੋਕਾਂ ਨੂੰ 8.95 ਅਰਬ ਡਾਲਰ ਤੋਂ ਜ਼ਿਆਦਾ ਦਾ ਮੁਆਵਜ਼ਾ ਜਾਰੀ ਕੀਤਾ ਸੀ। ਅਮਰੀਕਾ ਦੇ ਦੱਖਣੀ ਇਲੀਨੋਇਸ ਵਿੱਚ ਵੀਰਵਾਰ ਨੂੰ ਗੋਲੀਬਾਰੀ ਵਿੱਚ ਕਈ ਲੋਕ ਜ਼ਖਮੀ ਹੋ ਗਏ। ਬੇਲੇਵਿਲੇ ਨਿਊਜ਼ ਡੈਮੋਕ੍ਰੇਟ ਦੀ ਖਬਰ ਮੁਤਾਬਕ ਗੋਲੀਬਾਰੀ ਦੇ ਪੀੜਤਾਂ ਵਿੱਚ ਇੱਕ ਪੁਰਸ਼ ਅਤੇ ਇੱਕ ਮਹਿਲਾ ਸ਼ਾਮਲ ਹੈ, ਪਰ ਪੁਲਿਸ ਨੇ ਅਜੇ ਪੀੜਤਾਂ ਦੀ ਸਹੀ ਸੰਖਿਆ ਦੇ ਵਿੱਚ ਨਹੀਂ ਦੱਸਿਆ। ਈਸਟ ਸੈਂਟ ਲੂਇਸ ਪੁਲਿਸ ਮੁਖੀ ਕੈਂਡਲ ਪੇਰੀ ਨੇ ਦੱਸਿਆ ਕਿ ਕਈ ਲੋਕਾਂ ਤੇ ਗੋਲੀਆਂ ਚਲਾਈਆਂ ਗਈਆਂ। ਖਬਰ ਮੁਤਾਬਕ ਗੋਲਾਬਾਰੀ ਦੇ ਸ਼ੱਕੀਆਂ ਨੇ ਨਜ਼ਦੀਕ ਦੇ ਇੱਕ ਰੇਲਵੇ ਕ੍ਰਾਸਿੰਗ ਨੂੰ ਪਾਰ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹਨਾਂ ਦੀ ਗੱਡੀ ਉੱਥੇ ਫਸ ਗਈ। ਪੁਲਿਸ ਜੰਗਲੀ ਖੇਤਰ ਵਿੱਚ ਸ਼ੱਕੀਆਂ ਦੀ ਭਾਲ ਕਰ ਰਹੀ ਹੈ। ਇਲੀਨੋਇਸ ਸੂਬਾ ਪੁਲਿਸ ਨੇ ਇੱਕ ਸਮਾਚਾਰ ਬਿਆਨ ਵਿੱਚ ਕਿਹਾ ਕਿ ਗੋਲੀਬਾਰੀ ਸ਼ਾਮ 4 ਵਜੇ ਦੇ ਬਾਅਦ ਹੋਈ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਮੁੜ ਚੁੱਪ ਤੋੜਦਿਆਂ ਟਵੀਟ ਕਰਕੇ ਕਿਸਾਨੀ ਮੁੱਦਿਆਂ ਤੇ ਵਿਰੋਧੀਆਂ ਨੂੰ ਰਗੜੇ ਲਾਏ ਹਨ। ਨਵਜੋਤ ਸਿੱਧੂ ਨੇ ਆਪਣੀ ਸਰਕਾਰ ਦੀ ਘੇਰਾਬੰਦੀ ਦੀ ਥਾਂ ਹੁਣ ਪੈਂਤੜਾ ਬਦਲ ਕੇ ਕੇਂਦਰ ਸਰਕਾਰ ਨੂੰ ਨਿਸ਼ਾਨੇ ਤੇ ਲਿਆਇਆ ਹੈ। ਹਰੀਸ਼ ਰਾਵਤ ਦੀ ਚੰਡੀਗੜ੍ਹ ਫੇਰੀ ਮਗਰੋਂ ਨਵਜੋਤ ਸਿੱਧੂ ਦੇ ਟਵੀਟ ਰੁਕ ਗਏ ਨੇ। ਕੇਂਦਰ ਸਰਕਾਰ ਵੱਲੋਂ ਹਾੜੀ ਦੀਆਂ ਫਸਲਾਂ ਦੇ ਸਰਕਾਰੀ ਭਾਅ ਵਿੱਚ ਕੀਤੇ ਗਏ ਵਾਅਦੇ ਨੂੰ ਨਿਗੁਣਾ ਦੱਸਦਿਆਂ ਸਿੱਧੂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਤਾਂ ਵਰ੍ਹਾ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਵਾਅਦਾ ਕੀਤਾ ਸੀ। ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਗੰਨੇ ਦੀ ਕੀਮਤ ਸਿਰਫ 5 ਰੁਪਏ ਵਧਾਈ ਹੈ। ਇਸੇ ਤਰ੍ਹਾਂ ਕਣਕ ਦੇ ਭਾਅ ਵਿੱਚ ਵੀ ਸਿਰਫ 40 ਰੁਪਏ ਪ੍ਰਤੀ ਕੁਇੰਟਲ ਦਾ ਵਾਅਦਾ ਕੀਤਾ ਗਿਆ ਹੈ, ਜਦਕਿ ਦੂਜੇ ਪਾਸੇ ਲਾਗਤ ਖਰਚੇ ਵਧੇ ਨੇ। ਉਹਨਾਂ ਨੇ ਕਿਹਾ ਕਿ ਡੀਜ਼ਲ ਦੀ ਕੀਮਤ 48% ਵਧੀ ਹੈ ਅਤੇ DAP ਦੀ ਕੀਮਤ ਵਿੱਚ 140% ਵਾਧਾ ਹੋਇਆ। ਇਸੇ ਤਰ੍ਹਾਂ ਸਰੋਂ ਦੇ ਤੇਲ ਦੀ ਕੀਮਤ ਵਿੱਚ 174 ਗੁਣਾ ਵਾਧਾ ਹੋਇਆ ਅਤੇ ਗੈਸ ਸਿਲੰਡਰ ਦੀ ਕੀਮਤ 190 ਰੁਪਏ ਵਧੀ ਹੈ। ਨਵਜੋਤ ਸਿੱਧੂ ਨੇ ਕੇਂਦਰ ਸਰਕਾਰ ਬਾਰੇ ਕਿਹਾ ਕਿ NDA ਸਰਕਾਰ ਕੋਲ ਮਜ਼ਦੂਰਾਂ, ਕਿਸਾਨਾਂ ਅਤੇ ਛੋਟੇ ਵਪਾਰੀਆਂ ਦਾ ਕੋਈ ਅੰਕੜਾ ਨਹੀਂ, ਜਦਕਿ ਪੂੰਜੀਪਤੀ ਮਿੱਤਰਾਂ ਨੂੰ ਸਰਕਾਰ ਜਾਣਦੀ ਹੈ ਜਿਨ੍ਹਾਂ ਦੇ ਕਰਜ਼ੇ ਮੁਆਫ ਕੀਤੇ ਜਾਂਦੇ ਨੇ ਅਤੇ ਉਹਨਾਂ ਮਿੱਤਰਾਂ ਦੇ ਜਹਾਜ਼ਾਂ ਵਿੱਚ ਸਫ਼ਰ ਕੀਤਾ ਜਾਂਦਾ ਹੈ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਬਰਨ ਕੌਰ ਮਾਨ ਨੂੰ ਦਿਓ ਆਗਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ USA TV ਜ਼ਰੂਰ ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।